अस्सलाम वालेकुम रहमतुल्लाह बरकातहू। अबू अब्दुल्ला हाज़िर खिदमत। उम्मीद है तमाम दोस्त बाब ठीक होंगे, खैरियत नाल होणगे। जिहड़ा अज दा मौजू है ना, बगैर दवाई तो तंदुरुस्ती किवें मुयसर है। असी 30 ਤੋਂ 40 ਸਾਲ 50 ਸਾਲ ਪਿੱਛੇ अगर जाके वेखीए ना, ਅਸੀਂ ਆਪਣੇ ਦਾਦੇ ਨੂੰ ਪੜਦਾਦੇ ਨੂੰ ਜਦੋਂ ਦੇਖਿਆ, ਅਸੀਂ ਉਹਨਾਂ ਨੂੰ ਲਾਲ ਸੁਰਖ ਵੇਖਿਆ ਤੇ ਤੰਦਰੁਸਤ ਵੇਖਿਆ ਤੇ ਅਸੀਂ ਉਹਨਾਂ ਦੇ ਵਿੱਚ ਬਿਮਾਰੀਆਂ ਕੋਈ ਨਹੀਂ ਵੇਖੀਆਂ। ਜਿਹੜੀ ਸਾਡੀ ਹੋਣ ਦੀ ਨਸਲ ਹੈ, ਇਹਨਾਂ ਨਾਲ ਤਾਂ ਹਸਪੀਟਲ ਵੀ ਵੇਖੇ, ਇਹਨਾਂ ਦਵਾਈਆਂ ਵੀ ਵੇਖੀਆਂ, ਇਹਨਾਂ ਟ੍ਰੀਟਮੈਂਟਾਂ ਵੀ ਵੇਖੀਆਂ ਤੇ ਬਿਮਾਰੀਆਂ ਵੇਖੀਆਂ। ਅਸੀਂ ਜਦੋਂ ਪੈਦਾ ਹੋਏ, ਅਸੀਂ ਉਦੋਂ ਤਰੱਕੀ ਦਾ ਵਿਜ਼ਨ ਨਹੀਂ ਵੇਖਿਆ ਕਿ ਬੈਂਕ ਬੈਲੈਂਸ, ਪਲਾਜ਼ੇ, ਕੋਠੀਆਂ, ਬੰਗਲੇ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਿਆ। ਤੇ ਜਿਹੜਾ ਸਾਡਾ ਇੱਕ ਖਾਨਦਾਨ ਸੀ ਜਾਂ ਸਾਡੀ ਫੈਮਿਲੀ ਸੀ, ਮੋਸਟਲੀ ਉਹ ਜ਼ਿਮੀਂਦਾਰ ਤਬਕੇ ਨਾਲ ਰਿਲੇਟ ਸਨ। ਤੇ ਜ਼ਿਮੀਂਦਾਰ ਜਿਹੜੇ ਹੁੰਦੇ ਸਨ, ਉਹ ਜਦੋਂ ਉਹਨਾਂ ਕੋਲ ਮੱਝ ਬੂਹੇ ਤੇ ਹੈਗੀ ਹੈ ਤੇ ਜਨਾਬ ਖਾਣ ਪੀਣ ਵਾਲਾ ਨਿਜ਼ਾਮ ਹੈਗਾ, ਮੂੰਜੀ ਕਣਕ ਹੈਗੀ, ਆਟਾ ਘਰ ਹੈਗਾ, ਤੇ ਟੈਨਸ਼ਨ ਹੀ ਕੋਈ। ਲੋਕ ਉਦੋਂ ਦੇਸੀ ਘਿਓ ਖਾਂਦੇ ਸਨ, ਡਾਲਟਾ ਘਿਓ ਖਾਂਦੇ ਹੀ ਨਹੀਂ ਸਨ। ਤੇ ਸਾਨੂੰ ਕੀਤਾ ਕੀ ਗਿਆ, ਉਦੋਂ तमाम ਜਿੰਨੇ ਵੀ ਦੋਸਤ ਅਹਿਬਾਬ, ਜਿੰਨੇ ਵੀ ਲੋਕ ਸਨ, ਉਹ ਸਾਰੇ ਸ਼ੋਰਬੇ ਵਾਲੇ ਖਾਣੇ ਖਾਂਦੇ ਸਨ। ਸਾਡਾ ਕਲਚਰ ਦੇਸੀ ਘਿਓ, ਸ਼ੋਰਬੇ ਵਾਲੇ ਖਾਣੇ, ਸਿਰ ਤੇ ਤੇਲ ਲਾਣਾ ਤੇ ਮਾਲਿਸ਼ ਕਰਨੀ, ਤੇ ਜਨਾਬ ਜਿਹੜੀ ਖਾਦ ਸੀ ਉਹ ਗੋਬਰ ਦੀ ਬਿਹਤਰੀਨ, ਤੇ ਰੋਟੀ ਘਰ ਦੀ ਖਾਧੀ ਜਾਂਦੀ ਸੀ, ਬੈਕਰ ਦੀਆਂ ਆਈਟਮਾਂ ਨਹੀਂ। ਇਹ ਉਹ ਕਲਚਰ ਸੀ ਜਿਹੜਾ ਤੰਦਰੁਸਤੀ ਵਾਲਾ ਕਲਚਰ। ਫਿਰ ਸਾਨੂੰ ਮੁਤਾਰਫ ਕੀ ਕਰਾਇਆ ਗਿਆ, ਫਿਰ ਸਾਨੂੰ ਇੱਕ ਅਮਰੀਕਨ ਤਹਿਕੀਕ ਜਾਂ ਜਾਪਾਨ ਦੀ ਕੋਈ ਤਹਿਕੀਕ, ਜਿਹੜੀ ਸਾਡੀ ਆਲਰੇਡੀ ਤਜਰਬਾ ਸੀ, ਅਸੀਂ ਉਹਨੂੰ ਚੁੱਕ ਕੇ ਦੇਸੀ ਘਿਓ ਨੂੰ ਪਰਾਂ ਛੱਡ ਦਿੱਤਾ। ਸਾਨੂੰ ਕਿਹਾ ਗਿਆ ਦਿਲ ਦੇ ਵਾਲ ਬੰਦ ਕਰਦਾ। ਉਹਦੇ ਵਾਸਤੇ ਬੜੀਆਂ ਮੁਹਿੰਮਾਂ ਚਲਾਈਆਂ ਗਈਆਂ, ਮੈਡੀਕਲ ਕੰਪਨੀਆਂ ਬਣਾਈਆਂ ਗਈਆਂ। ਮੈਡੀਕਲ ਕੰਪਨੀਆਂ ਨੇ ਫਿਰ ਅਗਾ ਮੁਖਤਲਿਫ ਜਿਹੜੇ ਸੋਰਸਿਸ ਖਰੀਦੇ ਤਾਂ ਕਿ ਤਸ਼ਹੀਰ ਕਰਨ ਕਿ ਦੇਸੀ ਘਿਓ ਠੀਕ ਨਹੀਂ, ਉਹ ਰੱਬ ਦਾ ਬਣਾਇਆ, ਉਹ ਠੀਕ ਨਹੀਂ। ਜੋ ਮੈਨ ਮੇਡ ਹੈ, ਜੋ ਅੱਲਾ ਨੇ ਬਣਾਇਆ, ਜਿਹਨੂੰ ਬਨਾਸਪਤੀ ਕਹਿੰਦੇ ਨੇ ਜਾਂ ਮੁਖਤਲਿਫ ਨਾਮ ਦਿੱਤੇ ਨੇ, ਜਿਹਨੂੰ ਡਾਲਟਾ ਘਿਓ ਆਪਾਂ ਕਹਿੰਦੇ ਆ, ਉਹ ਜਨਾਬ ਮੁਤਾਰਫ ਕਰਾਇਆ। ਇਹਨੂੰ ਜਨਾਬ ਤੁਸੀਂ ਦੇਸੀ ਘਿਓ ਨੂੰ ਛੱਡ ਕੇ ਡਾਲਟਾ ਘਿਓ ਤੁਸੀਂ ਖਾਣਾ ਹੈ ਜਨਾਬ। ਤੁਸੀਂ ਜਨਾਬ ਤਾਜ਼ੀ ਫਰੈਸ਼ ਰੋਟੀ ਜਾਂ ਪਰਾਠਾ ਛੱਡ ਕੇ ਤੇ ਤੁਸੀਂ ਬੁੱਸਿਆ ਬ੍ਰੈਡ ਜਾਂ ਬੁੱਸਿਆ ਬੰਦ ਖਾਣਾ 3-4 ਦਿਨ ਦਾ ਜਿਹੜਾ ਬਣਿਆ। ਅਸੀਂ ਇਸ ਕਲਚਰ 'ਚ ਆ ਗਏ। ਫਿਰ ਅਸੀਂ ਲੱਸੀ ਛੱਡ ਕੇ ਅਸੀਂ ਚਾਹਾਂ ਵਾਲੇ ਪਾਸੇ ਜਨਾਬ ਆ ਗਏ। ਅਗਰ ਇਹਨਾਂ ਚੀਜ਼ਾਂ ਦੇ ਨੁਕਸਾਨ ਹੁਣ ਦਾ ਮੁਆਸ਼ਰਾ ਜਿਹੜਾ ਹੈ ਨਾ, ਉਹ ਭੁਗਤਦਾ ਪਿਆ, ਸਾਡੀ ਆਉਣ ਵਾਲੀ ਨਸਲ ਵੀ ਭੁਗਤੇਗੀ। ਫਿਰ ਖਾਦ ਜਿਹੜੀ ਸੀ ਗੋਬਰ ਦੀ ਜਨਾਬ, ਜਿਹੜੀ ਆਰਗੈਨਿਕ ਜਿਹਨੂੰ ਤੁਸੀਂ ਕਹਿੰਦੇ, ਉਹ ਚੀਜ਼ਾਂ ਛੱਡ ਕੇ ਅਸੀਂ ਨਾ ਫਰਟੀਲਾਈਜ਼ਰ ਵਾਲੇ ਪਾਸੇ ਆ ਗਏ, ਅਸੀਂ ਖਾਦਾਂ ਤੇ ਸਪਰੇਆਂ ਵਾਲੇ ਪਾਸੇ ਆ ਗਏ। ਫਿਰ ਕੀ ਇੱਕ ਤਰੱਕੀ ਹੋਈ, ਵੱਡੇ ਵੱਡੇ ਹਸਪਤਾਲ ਬਣੇ ਜਨਾਬ। ਲੇਕਿਨ ਅੱਜ ਤੋਂ 40 ਸਾਲ ਪਿੱਛੇ ਜਾਈਏ ਤੇ ਜਨਾਬ ਸਾਡੇ ਮਹੱਲੇ 'ਚ ਪੂਰੇ 'ਚ ਕੋਈ ਡਾਕਟਰ ਹੀ ਕੋਈ ਨਹੀਂ ਹੁੰਦਾ ਸੀ। ਹੱਦ ਕੀ ਹੁੰਦਾ ਸੀ, ਕਿਸੇ ਦੇ ਘਰ ਫੱਕੀ ਪਈ ਹੁੰਦੀ ਸੀ, ਕਿਸੇ ਘਰ, ਜਿਹਨੂੰ ਫੱਕੀ ਨੂੰ ਛੋਟਾ ਜਿਹਾ ਸਮਝਦੇ ਨਾ, ਬਹੁਤ ਵੱਡੀ ਚੀਜ਼ ਹੈ। ਅੱਛਾ, ਕਿਸੇ ਘਰ ਫੱਕੀ ਪਈ, ਕਦੀ ਕਿਸੇ ਬੰਦੇ ਨੇ ਅਗਰ ਦਾਲ ਚਾਵਲ ਖਾ ਲੈਣੇ ਤੇ ਉਹਨੂੰ ਫੂਡ ਪੋਇਜ਼ਨ ਹੋ ਗਈ, ਤੇ ਕਹਿੰਦੇ ਸੀ ਮੈਂ ਸੋਡੇ ਦੀ ਬੋਤਲ ਲਿਆਓ। ਸੋਡਾ ਕੀ ਸੀ, 7 ਅਪ ਦੀ ਬੋਤਲ ਦੇ ਵਿੱਚ ਨਮਕ ਨਹੀਂ ਕਹਿੰਦੇ ਸਨ, ਕਹਿੰਦੇ ਲੂਣ ਪਾ ਕੇ ਦਿਓ। ਜੇ ਕੋਈ ਬੱਕਰੀ ਭੇਡ ਬਿਮਾਰ ਹੋ ਗਈ ਹੈ ਤੇ ਉਹਨੂੰ ਵੀ ਜਨਾਬ 7 ਅਪ ਦੀ ਬੋਤਲ ਜਨਾਬ ਦਿੱਤੀ ਜਾਂਦੀ। ਜਦ ਪੇਟ ਉਹਦਾ ਡਬਕ ਜਾਂਦਾ ਸੀ, ਉਹਨੂੰ ਵੀ ਜਨਾਬ 7 ਅਪ ਦੀ ਬੋਤਲ। ਜੇ ਕਿਸੇ ਬੰਦੇ ਨੂੰ ਪ੍ਰੋਬਲਮ ਹੋ ਜਾਂਦੀ ਸੀ ਤੇ ਉਹਨੂੰ ਵੀ ਕਹਿੰਦੇ ਸੀ ਲੂਣ ਪਾ ਕੇ ਤੇ 7 ਅਪ ਦੀ ਬੋਤਲ ਦਿਓ, ਤੇ ਤੰਦਰੁਸਤੀ ਹੋ ਜਾਂਦੀ ਸੀ, ਪ੍ਰੋਬਲਮ ਵੀ ਕੋਈ ਸੀ। ਤੇ ਅਸੀਂ ਉਦੋਂ ਤਾਂ ਇਹ ਬਿਮਾਰੀਆਂ ਦੇ ਨਾਮ ਹੀ ਨਹੀਂ ਸੁਣੇ ਸਨ। ਨਾ ਅਮਰਾਜ਼ੇ ਕਲਬ, ਦਿਲ ਦੀਆਂ ਜਿੰਨੀਆਂ ਬਿਮਾਰੀਆਂ ਸੀ, ਅਸੀਂ ਇਹਨਾਂ ਦੇ ਬਾਰੇ ਬਿਲਕੁਲ ਨਾ ਆਗਾਹ, ਸਾਨੂੰ ਪਤਾ ਹੀ ਨਹੀਂ ਹੈਗਾ ਸੀ। ਮਿਹਦੇ ਦੀ ਤਕਲੀਫ ਹੁੰਦੀ ਸੀ ਬਸ, ਇਸ ਤੋਂ ਇਲਾਵਾ ਅਸੀਂ ਕੋਈ ਤਕਲੀਫ ਨਹੀਂ ਵੇਖੀ। ਨਾ ਅਸੀਂ ਕੋਈ ਦਿਲ ਦੀਆਂ ਬਿਮਾਰੀਆਂ ਵੇਖੀਆਂ, ਨਾ ਅਸੀਂ ਸ਼ੂਗਰ ਦੀਆਂ ਬਿਮਾਰੀਆਂ ਵੇਖੀਆਂ। ਇਸ ਤੋਂ ਇਲਾਵਾ ਕਰੋਨਾ, ਡੈਂਗੀ ਹੈ ਤੇ ਨਵੀਆਂ ਨਵੀਆਂ ਬਿਮਾਰੀਆਂ ਹੋਣ ਮੁਤਾਰਫ ਕਰਾਈਆਂ। ਤੇ ਨੁਕਸਾਨ ਕੀ ਹੋਇਆ, ਨੁਕਸਾਨ ਸਾਡਾ ਤਰੱਕੀ ਨੇ ਕੀਤਾ, ਸਾਡੀ ਸਿਹਤ ਦਾ। ਹਾਂ, ਤਰੱਕੀ ਕਰੋ, ਚੰਗੇ ਚੰਗੇ ਘਰ, ਜ਼ਿੰਦਗੀ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਜਨਾਬ ਚੰਗਾ ਬਣਾਓ। ਲੇਕਿਨ ਜਿਹੜੇ ਖਾਣੇ ਨੇ ਤੁਹਾਡੇ ਨਾ, ਉਹ ਤੁਹਾਨੂੰ ਤਾਰੀਫ ਤੋਂ ਲੈਣੇ ਪੈਣਗੇ। ਤੰਦਰੁਸਤੀ ਵਾਲੇ ਕਿਹੜੇ ਖਾਣੇ ਨੇ? ਸਾਨੂੰ ਫਿਰ ਕਿਹਾ ਗਿਆ ਜੀ ਅੰਡਾ ਖਾਣਾ ਹੈ, ਉਹਦੀ ਜ਼ਰਦੀ ਨਹੀਂ ਖਾਣੀ। ਜਦਕਿ ਬਚਪਨ 'ਚ ਇਹ ਅਮਰੀਕਨ ਤਹਿਕੀਕ ਜਿਹੜੀ ਹੈ ਨਾ, ਸਾਨੂੰ ਉਹ ਮਨਾ ਕਰਦੀ ਪਈ। ਲੇਕਿਨ ਅਸੀਂ ਜਿਹੜਾ ਸਾਡਾ ਆਪਣਾ ਕਲਚਰ ਸੀ, ਉਹ ਵੀ ਅਸੀਂ ਹੱਥੋਂ ਕੱਢ ਲਿਆ। ਅਸੀਂ ਜਨਾਬ ਕੀ ਸਫੈਦੀ ਖਾਂਦੇ ਹਾਂ, ਉਹਦੀ ਪ੍ਰੋਟੀਨ ਖਾ ਰਹੇ ਹਾਂ, ਤੇ ਜਿਹਦੇ ਵਿੱਚ ਤਾਕਤ ਦੇ ਗੁੱਡ ਫੈਟਸ ਨੇ, ਉਹਨੂੰ ਕੈਸਟਰੋਲ ਕਹਿ ਕੇ ਤੇ ਅਸੀਂ ਛੱਡੀ ਜਾਂਦੇ ਹਾਂ। ਗੱਲ ਇਹ ਆ ਕਿ ਤੰਦਰੁਸਤੀ ਲੈਣੀ ਕਿਵੇਂ? ਜੇ ਤੁਸੀਂ ਤੰਦਰੁਸਤੀ ਲੈਣੀ ਹੈ ਤੇ ਫਿਰ ਬਿਹਤਰ ਹੈ ਕਿ ਆਪਣੇ ਵਾਲਿदैन ਕੋਲ ਬੈਠੋ, ਆਪਣੇ ਪੁਰਖਾਂ ਨੂੰ ਵੇਖੋ ਕਿ ਉਹਨਾਂ ਦੀ ਸਿਹਤ ਕਿਵੇਂ ਜ਼ਬਰਦਸਤ ਹੈ। ਅਸੀਂ ਉਹਨਾਂ ਚੀਜ਼ਾਂ ਤੇ ਬਿਲਕੁਲ ਤਵੱਜੋ ਛੱਡ ਦਿੱਤੀ। ਅਸੀਂ ਮੈਨ ਮੇਡ ਖਾਣਿਆਂ ਤੇ ਆ ਗਏ। ਅਸੀਂ ਜ਼ਿੰਗਰ, ਪੀਜ਼ਾ, ਬਰਗਰ, ਸ਼ਾਵਰਮਾ, ਬੇਕਰੀ ਦੀ ਆਈਟਮ ਨਾਲ ਪਾਸੇ ਆ ਗਏ। ਜਦੋਂ ਦੇ ਅਸੀਂ ਬੇਕਰੀ ਦੇ ਆਈਟਮ ਵਾਲੇ ਪਾਸੇ ਆ ਗਏ ਨਾ, ਉਦੋਂ ਦੇ ਜਨਾਬ ਸਾਡੇ ਘਰਾਂ 'ਚ ਬਿਮਾਰੀਆਂ ਵੜ ਗਈਆਂ। ਜਿਹੜੇ ਘਰ 'ਚ ਸ਼ੋਰਬੇ ਵਾਲੇ ਖਾਣੇ ਨਹੀਂ ਨਾ ਪੱਕਦੇ, ਉਹਨਾਂ ਦੇ ਸ਼ੋਕੇਸ 'ਚ, ਉਹਨਾਂ ਦੇ ਬੈੱਡ ਦੇ ਸਰਾਂਦੀ ਤੁਸੀਂ ਅੱਜ ਨਹੀਂ ਜਾ ਕੇ ਦੇਖੋਗੇ ਨਾ, ਤੇ ਦਵਾਈਆਂ ਦੇ ਢੇਰ ਲੱਗੇ ਹੋਣਗੇ। ਤੇ ਲੋਕਾਂ ਨੇ ਦਵਾਈਆਂ ਦੇ ਹੁਣ ਮੈਡੀਕਲ ਕਿੱਟਾਂ ਬਣਾ ਲਈਆਂ। ਜਦਕਿ ਜਿਹੜਾ ਸਾਡਾ ਮੁਆਸ਼ਰਾ ਸੀ, ਇਹ ਤਾਂ ਪਾਕ ਸਾਫ ਹੋਣਾ ਚਾਹੀਦਾ ਸੀ। ਸਾਡਾ ਤਾਂ ਕਲਚਰ ਹੀ ਬੜਾ ਪਿਆਰਾ ਸੀ। ਅਗਰ 30 ਤੋਂ 40 ਸਾਲ ਪਹਿਲਾਂ ਕਲਚਰ ਜਿਹੜਾ ਜਿੱਧਰ ਅਸੀਂ ਜਾਣੇ ਸੀ, ਉਦੋਂ ਤਾਂ ਬਿਮਾਰੀ ਵਾਲਾ ਚੱਕਰ ਹੀ ਕੋਈ ਨਹੀਂ ਹੈਗਾ ਸੀ। ਜਿਹੜਾ ਸਾਡੇ ਖਾਣੇ ਦਾ ਲਾਈਫ ਸਟਾਈਲ ਹੈ, ਉਹ ਸ਼ੋਰਬੇ ਵਾਲੇ ਖਾਣੇ, ਇੱਕ ਤਾਂ ਸੁਨਨਤ ਦੇ ਮੁਤਾਬਕ
ਇੱਕ ਹਫਜ਼ਾਨੇ ਸਿਹਤ ਦੇ ਬਿਲਕੁਲ ਆਈਨ ਮੁਤਾਬਕ ਸਾਡੇ ਉਹ ਖਾਣੇ ਨੇ, ਤਾਂ ਅਸੀਂ ਕਿਉਂ ਨਾ ਉਹਨਾਂ ਨੂੰ ਪਰਸੂ ਕਰੀਏ। ਹਾਂ ਤਰੱਕੀ ਕਰੋ, ਜੋ ਮਰਜ਼ੀ ਕਰਦੇ ਫਿਰੋ ਜਨਾਬ, ਜ਼ਮਾਨੇ ਦੇ ਨਾਲ ਚੱਲੋ, ਲੇਕਿਨ ਗੱਲ ਇਹ ਯਾਦ ਰੱਖ ਲੈਣਾ, ਅਗਰ ਤੁਸੀਂ ਇਸੇ ਰਵਸ਼ ਤੇ ਚੱਲਦੇ ਰਹੇ ਤੇ ਤੁਹਾਡੀ ਜਿਹੜੀ ਆਉਣ ਵਾਲੀ ਨਸਲ ਜਿਹੜੀ ਹੈ ਨਾ, ਉਹ ਬਿਲਕੁਲ ਮੈਡੀਕੇਸ਼ਨ ਦੀ ਹੋ ਜਾਏਗੀ। ਜਿਨ੍ਹਾਂ ਨੇ ਇਹ ਮੈਡੀਕੇਸ਼ਨ ਖਲਕ ਕੀਤੀ, ਵਲੈਤ ਵਾਲੀ ਜਿਹੜੀ ਮੈਡੀਸਨ ਹੈ, ਇਹ ਉਸ ਮੁਲਕ 'ਚ ਪਤਾ ਕਰੋ, ਯੂਕੇ, ਕੈਨੇਡਾ, ਅਮਰੀਕਾ ਜਾਂ ਪੂਰਾ ਸ਼ੈਂਜਨ, ਪੂਰਾ ਯੂਰਪ ਜਿਹੜਾ ਹੈ, ਕਿਆ ਉਹ ਪੈਰਾਸੀਟਾਮੋਲ ਤੋਂ ਇਲਾਵਾ ਕੋਈ ਦਵਾਈ ਦਿੰਦਾ ਜਲਦੀ? 3-3 ਮਹੀਨੇ ਡਾਕਟਰ ਦੀ ਅਪਾਇੰਟਮੈਂਟ ਨਹੀਂ ਮਿਲਦੀ। ਬਸ ਉਹਦੇ 'ਚ ਇੱਕ ਗੱਲ ਜ਼ਿਹਨ 'ਚ ਰੱਖ ਲਓ, ਜੋ ਅੱਲਾਹ ਅਜ਼za ਵਜਲ ਨੇ ਬਣਾਇਆ ਉਹ ਤੰਦਰੁਸਤੀ ਵਾਲਾ ਹੈ, ਤੇ ਜਿਹੜੀਆਂ ਬੰਦਿਆਂ ਨੇ ਬਣਾਈਆਂ ਨੇ ਉਹ ਬਿਜ਼ਨਸ ਵਾਸਤੇ ਆ। ਉਹਦੇ 'ਚ ਜਦੋਂ ਬਿਜ਼ਨਸ ਹੁੰਦਾ ਹੈ ਨਾ, ਉਦੋਂ ਇਹ ਨਹੀਂ ਵੇਖਿਆ ਜਾਂਦਾ ਕਿ ਕਿਸੇ ਨੇ ਤੰਦਰੁਸਤੀ ਮਿਲੇ ਜਾਂ ਨਾ ਮਿਲੇ। ਉਹ ਇਹ ਕਹਿੰਦੇ ਨੇ ਕਿ ਅਸੀਂ ਜਨਾਬ ਆਪਣੀਆਂ ਜੇਬਾਂ ਭਰਨੀਆਂ ਨੇ, ਕੋਈ ਮਰਦਾ ਹੈ ਖਾਪਦਾ ਹੈ, ਸਾਨੂੰ ਉਹਦੇ ਨਾਲ ਕੋਈ ਨਹੀਂ ਹੈ। ਤੇ ਮੇਰੀ ਇਲਤਜਾ ਹੈ, ਤੁਸੀਂ ਆਪਣੇ ਬਜ਼ੁਰਗਾਂ ਕੋਲ ਬਹੋ, ਆਪਣੇ ਵਾਲਦੈਨ ਕੋਲ ਬਹੋ, ਜਿਹੜੇ ਅਬਵ 50 ਨੇ, ਉਹਨਾਂ ਨੂੰ ਇਸ ਕਲਚਰ ਦਾ ਪਤਾ ਹੈ, ਤੇ ਕੋਸ਼ਿਸ਼ ਕਰੋ ਉਹਨਾਂ ਕੋਲ ਬੈਠ ਕੇ ਉਹ ਕਲਚਰ ਨੂੰ ਸਿੱਖੋ। ਜਿਹੜੇ ਭੁੱਜੇ ਖਾਣੇ ਨੇ, ਜਿਹੜੇ ਇਹ ਜਨਾਬ ਸ਼ੋਰਬੇ ਤੋਂ ਬਗੈਰ ਖਾਣੇ ਨੇ, ਜਿਹੜੀਆਂ ਰੋਸਟ ਚੀਜ਼ਾਂ ਨੇ, ਇਹ ਜਨਾਬ ਕਦੀ ਕਦਾਈਆਂ ਵਾਲਾ ਹਿਸਾਬ ਹੁੰਦਾ, ਲੇਕਿਨ ਸਾਡੇ ਘਰਾਂ ਦੇ ਵਿੱਚ ਤਾਂ ਕਚਰਾ ਫੂਡ, ਜਿਹੜਾ ਆ ਸ਼ਾਵਰਮਾ, ਪੀਜ਼ਾ, ਬਰਗਰ, ਇਹ ਤਾਂ ਹੁਣ ਜਨਾਬ ਦਿਨ ਰਾਤ ਆਉਂਦਾ ਪਿਆ, ਜਿੱਦੀ ਵਜ੍ਹਾ ਤੋਂ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ, ਛੋਟੇ ਛੋਟੇ ਬੱਚਿਆਂ ਨੂੰ ਨਜ਼ਰ ਦੇ ਮਸਾਇਲ, ਛੋਟੇ ਛੋਟੇ ਬੱਚਿਆਂ ਨੂੰ ਕਲਬੀ ਮਾਮਲੇ। ਇਹ ਅਗਰ ਤੁਸੀਂ ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਨਸਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਨੌਜਵਾਨ ਰੱਖਣਾ ਚਾਹੁੰਦੇ ਹੋ, ਖੂਬਸੂਰਤ ਰੱਖਣਾ ਚਾਹੁੰਦੇ ਹੋ, ਤੇ ਕੋਸ਼ਿਸ਼ ਕਰੋ ਉਹਨਾਂ ਖਾਣੇ ਦਾ ਇੰਤਖਾਬ ਕਰੋ ਜਿਹੜੇ ਅੱਜ ਤੋਂ 50 ਸਾਲ ਪਹਿਲੇ ਤੁਹਾਡੇ ਵਾਲਦੈਨ, ਤੁਹਾਡੇ ਬਜ਼ੁਰਗ, ਤੁਹਾਡਾ ਦਾਦੀ, ਦਾਦਾ, ਨਾਨੀ, ਨਾਨਾ ਜਿਹੜਾ ਖਾਂਦੇ ਸਨ, ਉਹ ਖਾਣੇ ਖਾਓ। ਪਹਿਲੇ ਸਾਡੀ ਨਸਲ ਕਾਫੀ ਵੱਡੀ ਤੇ ਲੰਮੀ ਚੌੜੀ ਤੇ ਸਿਹਤਮੰਦ ਸਨ, ਤੇ ਹੁਣ ਸਾਡੀ ਨਸਲ ਜਨਾਬ, ਸਾਡੇ ਬੱਚੇ ਛੋਟੇ ਛੋਟੇ ਆਣੇ ਸ਼ੁਰੂ ਹੋ ਗਏ ਨੇ। ਤੇ ਅਰਜ਼ ਇਹ ਆ, ਕੋਸ਼ਿਸ਼ ਕਰੋ ਕਿ ਸਾਡੇ ਪੁਰਾਣੇ ਕਲਚਰ ਨੂੰ ਆਬਾਦ ਕਰੋ, ਉਹਨੂੰ ਬਹਾਲ ਕਰੋ। ਸਾਡਾ ਉਹ ਕਲਚਰ ਬੜਾ ਪਿਆਰਾ ਸੀ, ਬੜਾ ਖੂਬਸੂਰਤ ਸੀ। ਅਗਰ ਉਹ ਕਲਚਰ ਅੱਜ ਵੀ ਅਸੀਂ ਆਪਣੇ ਘਰਾਂ 'ਚ ਰਾਜ ਕਰ ਦਈਏ, ਇੱਕ ਤਾਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਜ਼ਿੰਦਾ ਹੋ ਜਾਏਗੀ, ਤੇ ਦੂਸਰਾ ਅਸੀਂ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਹ ਕਹਿੰਦੇ ਨੇ ਜੀ ਅਸੀਂ ਘਰ ਦਾ ਖਾਣਾ ਖਾਂਦੇ, ਹੋਟਲ ਦਾ ਤਾਂ ਖਾਂਦੇ ਨਹੀਂ। ਉਹ ਭਾਈਓ ਗੱਲ ਇਸ ਤਰ੍ਹਾਂ, ਮੇਰੀਆਂ ਭੈਣਾਂ ਵੀ ਸੁਣਦੀਆਂ ਪਈਆਂ ਨੇ, ਹੁਣ ਘਰ ਦਾ ਖਾਣਾ ਜਾਂ ਹੋਟਲ ਦਾ ਖਾਣਾ ਇੱਕੋ ਰੰਗ ਹੈ, ਸਾਰੇ ਫਰਾਈ ਨੇ, ਭੁੱਜੇ ਹੀ ਖਾਣੇ ਨੇ ਸਾਰੇ। ਸ਼ੋਰਬੇ ਵਾਲੇ ਖਾਣੇ ਨਾ ਹੋਟਲ 'ਚ ਹੈਗੇ ਨੇ ਤੇ ਨਾ ਘਰ ਹੈਗੇ ਨੇ। ਤੇ ਜਨਾਬ ਕੋਸ਼ਿਸ਼ ਕਰੋ ਕਿ ਸਵੇਰੇ ਜਨਾਬ ਤੁਸੀਂ ਬ੍ਰੈਡ ਦੇ ਬਜਾਏ ਤੁਸੀਂ ਖੂਬਸੂਰਤ ਆਪਣੀ ਘਰ ਦੀ ਰੋਟੀ ਖਾਓ, ਚਟਨੀ ਇਸਤੇਮਾਲ ਕਰੋ, ਅਚਾਰ ਇਸਤੇਮਾਲ ਕਰੋ। ਜਿਨ੍ਹਾਂ ਨੂੰ ਜੋੜਾਂ ਦੀਆਂ ਦਰਦਾਂ ਨੇ ਜਾਂ ਜਿਨ੍ਹਾਂ ਨੂੰ ਸਾਹ ਦੇ ਮਸਾਇਲ ਨੇ, ਉਹ ਅਚਾਰ ਨਾ ਖਾਣ। ਬਾਕੀ ਮੈਂ ਇਲਤਜਾ ਕਰਨਾ ਕਿ ਅਚਾਰ ਲਾਜ਼ਮੀ ਖਾਓ। ਅਚਾਰ ਤੇ ਮਿਹਦੇ ਦੀ ਖਾਸ ਦੁਆ। ਇਨਸ਼ਾਅੱਲਾ ਬਿਫਜ਼ਲਿल्लाह ਦੁਬਾਰਾ ਇੱਕ ਮੌਜੂ ਲੈ ਕੇ ਹਾਜ਼ਰ ਹੋਵਾਂਗਾ ਤੇ ਜਨਾਬ ਦੇ ਨਾਲ ਇਨਸ਼ਾਅੱਲਾ ਗੁਫ਼ਤਗੂ ਕਰਾਂਗਾ। ਬਹੁਤ ਸ਼ੁਕਰੀਆ। अस्सलाम वालेकुम रहमतुल्लाह वबरकातुहू।